प्रोटेस्ट कर रहे हो, किसी ਨੂੰ ਤੰਗ ਨਹੀਂ ਕਰ ਰਹੇ, ਆਮ ਜਨਤਾ ਕੋਈ ਪਰੇਸ਼ਾਨ ਨਹੀਂ ਹੋ ਰਹੀ ਹੈ। ਬਟ ਕੱਲ ਜੋ ਉਹਨਾਂ ਨਾਲ ਹੋਇਆ ਸਾਰਿਆਂ ਨੂੰ ਪਤਾ ਕਿੰਨਾ ਜ਼ਿਆਦਾ ਉਹਨਾਂ ਦਾ ਬੁਰਾ ਹਾਲ ਹੋਇਆ। ਉਹਨਾਂ ਦੇ ਸਿਰ ਫਾੜ ਦਿੱਤੇ ਗਏ, ਹੱਥਾਂ ਤੇ ਲੱਗੀਆਂ ਹੋਈਆਂ ਆ, ਬਹੁਤ ਜ਼ਿਆਦਾ ਬੁਰਾ। ਕੀ ਉਹਨਾਂ ਨੇ ਪੱਗਾਂ ਪੈਰਾਂ 'ਚ ਰੋਲ ਦਿੱਤੀਆਂ। ਪੁਲਿਸ ਵਾਲੇ ਜਿਹੜੇ ਹੈਗੇ ਉਹ ਪੱਗਾਂ ਨੂੰ ਸਿਰ ਤੇ ਖੁਦ ਸਜਾ ਕੇ ਦੂਸਰੇ ਦੀ ਪੱਗਾਂ ਨੂੰ ਲੱਤਾਂ ਮਾਰ ਰਹੇ ਆ। 10 दिन खड़िया रहणगियां ना भैणां मेरियां, मैं 10 दिन घरों रोटी भी लैके आऊँगा, जो डिमांड करनगे मैं सब कुछ देवांगा इन्हां नूं, भावें 10 दिन भावें महीना अड़ जाण। आ 3 कुड़ियां खड़ियां वा धुप्पे खड़ियां, धुप्पे ठीक है, आंदा जांदा बंदा इत्थों निकली जांदा धुप्पे खड़ी। यार बंदा पानी पुछ लवे, भाई तुसीं भी आए, तुसीं लैके आए कुछ नहीं ना, इत्थे 36 बंदा निकलदा, कुछ ना कुछ तां पुछ लवे। सरकार तो हटूगी, ये फिर किसानां अड़े हटूगी हुण सरकार भी। ਜਿੱਥੇ ਕਿਸਾਨਾਂ ਨੂੰ ਕੁੱਟਿਆ ਜਾਂਦਾ ਹੈ ਹਰਿਆਣੇ ਦੇ ਵਿੱਚ, ਉਸ ਤੋਂ ਬਾਅਦ ਪ੍ਰੋਟੈਸਟ ਕੀਤਾ ਜਾਂਦਾ ਹੈ। ਅੱਜ ਜਲੰਧਰ ਦੇ ਵਿੱਚ ਹੋਰ ਵੀ ਥਾਵਾਂ ਤੇ ਪ੍ਰੋਟੈਸਟ ਲੱਗਾ, ਜਿਸ ਤੋਂ ਬਾਅਦ ਕਿ 2 ਘੰਟੇ ਦਾ ਜਾਮ ਜਿਹੜਾ ਆ ਉਹ ਪੂਰੇ ਪੰਜਾਬ ਨੂੰ ਝੇਲਣਾ ਪਿਆ। ਪਰ ਇੱਥੇ ਕੁਝ ਸ਼ਖਸ ਐਸੇ ਵੀ ਨੇ, ਕੁਝ ਨੌਜਵਾਨ ਕੁੜੀਆਂ ਐਸੀਆਂ ਨੇ ਜਿਹੜੀਆਂ ਇਸ ਵੇਲੇ ਜਲੰਧਰ ਦੇ ਮਿਸ਼ਨ ਚੌਂਕ ਦੇ ਵਿੱਚ ਤਖਤੀਆਂ ਫੜ ਕੇ ਖਲੋਤੀਆਂ ਨੇ, ਚਾਰਟਸ ਫੜ ਕੇ ਖਲੋਤੀਆਂ ਨੇ। ਉੱਪਰ ਲਿਖਿਆ ਹੋਇਆ ਕਿਸਾਨ ਏਕਤਾ ਜ਼ਿੰਦਾਬਾਦ, ਪੰਜਾਬੀਓ ਜਾਗੇ ਕੇ ਸੁੱਤੇ, ਦੂਸਰੇ ਪਾਸੇ ਬਾਪੂ ਤੇਰੇ ਸੱਟਾਂ ਲੱਗੀਆਂ, ਕਿੱਥੇ ਕਿਹੜਾ ਕਾਜ ਵਿਖਿਆ। ਗੱਲਬਾਤ ਕਰਦੇ ਆ ਇਹਨਾਂ ਨਾਲ ਕਿ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਵੇ ਵੀ ਅੱਜ ਤੁਸੀਂ 3 ਕੁੜੀਆਂ ਹੀ ਇੱਥੇ ਖਲੋਤੀਆਂ ਹੋ, ਜ਼ਿਆਦਾ ਲੋਕ ਇੱਥੇ ਨਹੀਂ ਹੈ। 2 ਘੰਟੇ ਦਾ ਜਾਮ ਉੱਥੇ ਲੱਗਾ ਹੋਇਆ ਸੀਗਾ, ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ, ਉੱਥੇ ਤੁਸੀਂ ਸ਼ਿਰਕਤ ਕਰਨ ਕਿਉਂ ਨਹੀਂ ਗਏ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਤਾਂ ਠੀਕ ਆ, ਸਾਨੂੰ ਲੱਗਿਆ ਕਿ ਸਾਨੂੰ ਕਰਨਾ ਚਾਹੀਦਾ ਹੈਗਾ। ਉੱਥੇ ਸਾਰੇ ਹੈਗੇ ਸਾਡੇ ਭਰਾ ਭੈਣ ਬੈਠੇ ਹੋਏ ਆ, ਸਾਨੂੰ ਲੱਗਿਆ ਕਿ ਸਾਨੂੰ ਇੱਥੇ ਵੀ ਕਿਸੇ ਨੂੰ ਨਾਲ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਗੱਲ ਇਹ ਆ ਕਿ ਸਾਰੇ ਪ੍ਰੋਟੈਸਟ ਕਰ ਰਹੇ ਆ ਬਟ ਆਰਾਮ ਨਾਲ ਕਰ ਰਹੇ। ਜੋ ਕੱਲ ਉਹਨਾਂ ਨਾਲ ਧੱਕਾਸ਼ਾਹੀ ਹੋਇਆ ਸਾਡੇ ਕਿਸਾਨ ਭਰਾਵਾਂ ਨਾਲ, ਬਹੁਤ ਹੀ ਜ਼ਿਆਦਾ ਮਾੜਾ ਹੋਇਆ। ਇੱਕ ਨੋਰਮਲ ਪ੍ਰੋਟੈਸਟ ਕਰ ਰਹੇ ਹੋ, ਕਿਸੇ ਨੂੰ ਤੰਗ ਨਹੀਂ ਕਰ ਰਹੇ, ਆਮ ਜਨਤਾ ਕੋਈ ਪਰੇਸ਼ਾਨ ਨਹੀਂ ਹੋ ਰਹੀ ਆ। ਬਟ ਕੱਲ ਜੋ ਉਹਨਾਂ ਨਾਲ ਹੋਇਆ ਸਾਰਿਆਂ ਨੂੰ ਪਤਾ ਕਿੰਨਾ ਜ਼ਿਆਦਾ ਉਹਨਾਂ ਦਾ ਬੁਰਾ ਹਾਲ ਹੋਇਆ। ਉਹਨਾਂ ਦੇ ਸਿਰ ਫਾੜ ਦਿੱਤੇ ਗਏ, ਹੱਥਾਂ ਤੇ ਲੱਗੀਆਂ ਹੋਈਆਂ ਆ, ਬਹੁਤ ਜ਼ਿਆਦਾ ਬੁਰਾ। ਕਿਉਂ ਅਸੀਂ ਆਪਣਾ ਰਾਈਟ ਮੰਗ ਰਹੇ ਹਾਂ, ਸਾਡੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਜਾਣ। ਕਿਹਨੂੰ ਆਪਣੇ ਘਰ ਬਹਿਣਾ ਚੰਗਾ ਨਹੀਂ ਲੱਗਦਾ? ਸਾਰੇ ਆਪਣੇ ਘਰ ਬਹਿਣਾ ਚਾਹੁੰਦੇ ਆ। ਉਹਨਾਂ ਦੇ ਘਰਾਂ ਵਿੱਚ ਸੋਗ ਪੈ ਗਿਆ। 500 ਤੋਂ ਉੱਪਰ ਸਾਡੇ ਭਰਾ ਭੈਣ ਉੱਥੇ ਜਿਹੜੇ ਸ਼ਹੀਦ ਹੋ ਚੁੱਕੇ ਆ। ਕਿਸੇ ਨੂੰ ਕੋਈ ਇਹ ਚੀਜ਼ ਨਾਲ ਮਤਲਬ ਨਹੀਂ ਹੈਗਾ। ਸਰਕਾਰਾਂ ਆਰਾਮ ਨਾਲ ਬਹਿ ਕੇ ਆਪਣੇ ਧਰਨੇ ਲਾ ਰਹੀਆਂ ਆ। ਹਾਂਜੀ, ਹੁਣ ਕਰੋਨਾ ਦਾ ਫਿਰ ਕਰ ਦਿੰਦੇ ਆ, ਜਦੋਂ ਜਿੱਥੇ ਕਿਸਾਨਾਂ ਨੇ ਆਉਣਾ ਹੁੰਦਾ ਉੱਥੇ ਕਰੋਨਾ ਆ ਜਾਂਦਾ ਆ। ਕੋਈ ਹੈ ਹੀ ਨਹੀਂ, ਸਿਸਟਮ ਨਹੀਂ ਹੈਗਾ ਉਹਨਾਂ ਦਾ ਇਹ ਚੀਜ਼ ਨੂੰ ਲੈ ਕੇ। ਜਸਟ ਇੱਕ ਇੰਨਾ ਬੁਰਾ ਹਾਲ ਕੱਲ੍ਹ ਦਾ ਹੋਇਆ ਪਿਆ। ਇਹ ਚੀਜ਼ ਇਸ ਕਰਕੇ ਆ ਕਿ ਸਾਡੇ ਪੰਜਾਬੀਆਂ ਨੂੰ ਸਾਰਿਆਂ ਨੂੰ ਇਹ ਚੀਜ਼ ਨੂੰ ਦੇਖ ਕੇ ਜਾਗਣਾ ਚਾਹੀਦਾ ਆ। ਹਰ ਜਗ੍ਹਾ ਅੱਗੇ ਆਉਣਾ ਚਾਹੀਦਾ। ਮੇਰੇ ਜਿੰਨੇ ਵੀ ਭੈਣ ਭਰਾ ਹੈਗੇ ਆ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਇਹ ਚੀਜ਼ ਨੂੰ ਲੈ ਕੇ। ਗੱਲ ਕਰੀਏ ਤੇ ਤੁਹਾਡੇ ਹੱਥ ਦੇ ਵਿੱਚ ਚਾਰਟਸ ਨੇ, ਇਹਨਾਂ ਚਾਰਟਸ ਦੇ ਉੱਤੇ ਤੁਸੀਂ ਲਿਖਿਆ ਹੋਇਆ ਹੈ, ਨਹੱਥਿਆਂ ਉੱਪਰ ਡਾਂਗਾ ਚੱਲਦੀਆਂ ਦੇਖੀਆਂ ਤੇਰੇ ਰਾਜ, ਐਡਾ ਵੱਡਾ ਕਿਹੜਾ ਹੀਰਾ ਦੱਸ ਤੂੰ ਤੇਰੇ ਤਾਜ। ਇਹ ਕਿਸ ਨੂੰ ਕਹਿ ਰਹੇ ਹੋ? ਕੇਂਦਰ ਸਰਕਾਰ ਨੂੰ ਕਹਿ ਰਹੇ ਹੋ, ਪੰਜਾਬ ਸਰਕਾਰ ਨੂੰ ਕਹਿ ਰਹੇ ਹੋ, ਜਾਂ ਲੋਕਾਂ ਨੂੰ ਕਹਿ ਰਹੇ ਹੋ? ਅਸੀਂ ਕਹਿ ਰਹੇ ਹਾਂ ਕੇਂਦਰ ਸਰਕਾਰ ਨੂੰ ਵੀ ਵਿੱਚੇ ਕਹਿ ਰਹੇ ਹਾਂ, ਰਾਜ ਸਰਕਾਰ ਨੂੰ ਵੀ, ਆਪਣੀ ਪੰਜਾਬ ਸਰਕਾਰ ਨੂੰ ਵਿੱਚੇ ਕਹਿ ਰਹੇ ਹਾਂ। ਕਿਉਂ? ਕਿਉਂਕਿ ਕੱਲ ਜੋ ਹੱਤਿਆਂ ਤੇ ਉਹਨਾਂ ਨੇ ਕੀ ਕੁਛ ਉਹਨਾਂ ਨੇ ਕੀ ਕੀਤਾ। ਸਾਡੀਆਂ ਪੱਗਾਂ ਸਾਡੇ ਗੁਰੂਆਂ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਹੋਈਆਂ। ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਸਰਬੰਸ ਵਾਰਤਾ ਹੋਇਆ ਆ। ਕੀ ਉਹਨਾਂ ਨੇ ਪੱਗਾਂ ਪੈਰਾਂ 'ਚ ਰੋਲ ਦਿੱਤੀਆਂ। ਪੁਲਿਸ ਵਾਲੇ ਜਿਹੜੇ ਹੈਗੇ ਆ ਉਹ ਪੱਗਾਂ ਨੂੰ ਸਿਰ ਤੇ ਖੁਦ ਸਜਾ ਕੇ ਦੂਸਰੇ ਦੀ ਪੱਗਾਂ ਨੂੰ ਲੱਤਾਂ ਮਾਰ ਰਹੇ ਆ। ਇਹ ਸਾਡੀਆਂ ਸ਼ਹੀਦੀਆਂ ਤੋਂ ਮਿਲੀਆਂ ਹੋਈਆਂ ਸਾਨੂੰ ਪੱਗਾਂ ਆ। ਤੁਸੀਂ ਕਿੱਦਾਂ ਰੋਲ ਸਕਦੇ ਹੋ ਇਹਨੂੰ ਪੈਰਾਂ ਵਿੱਚ? ਸਾਡਾ ਰਾਈਟ ਆ ਪ੍ਰੋਟੈਸਟ ਕਰਨ ਦਾ। ਤੁਸੀਂ ਨਹੀਂ ਲਾਠੀ ਚਾਰਜ ਕਰ ਸਕਦੇ। ਤੁਸੀਂ ਕੀ ਸੋਚ ਕੇ ਲਾਠੀ ਚਾਰਜ ਕੀਤੀ? ਅਸੀਂ ਹੁਣ ਇੱਥੇ ਰੋਡ ਨਹੀਂ ਜਾਮ ਕੀਤਾ, ਸਾਈਡ ਤੇ ਆ। ਕਿਉਂ ਲਾਠੀ ਚਾਰਜ ਉਹਨਾਂ ਦੇ ਕੀਤੀ ਗਈ? ਉਹਨਾਂ ਨੇ ਕੋਈ ਵੀ ਗਲਤ ਕੰਮ ਨਹੀਂ ਕਰ ਰਹੇ ਬਟ ਉਹਨਾਂ ਤੇ ਕੱਲ ਬਹੁਤ ਹੀ ਜ਼ਿਆਦਾ ਮਾੜਾ। ਬਾਅਦ ਵਿੱਚ ਤੁਸੀਂ ਸੌਰੀ ਫੀਲ ਕਰਦੇ ਆ। ਕਿਸੇ ਦੇ ਘਰ ਦਾ ਜਾਨ ਚਲੀ ਗਈ, ਕਿਸੇ ਦੇ ਘਰ ਦੇ ਬੱਚੇ ਚਲੇ ਗਏ, ਕੋਈ ਸ਼ਹੀਦ ਹੋ ਗਏ। ਕੀ ਹੋ ਰਿਹਾ? ਉਹਦੇ ਨਾਲ ਸਰਕਾਰ ਨੂੰ ਕੁਝ ਨਹੀਂ ਹੈਗਾ। ਸੋ ਗੱਲ ਕਰੀਏ, ਤੁਸੀਂ ਕੀ ਨਾਮ ਕੀ ਹੈ ਤੁਹਾਡਾ, ਕਿਹੜੇ ਜਥੇਬੰਦੀ ਨੂੰ ਬਿਲੋਂਗ ਕਰਦੇ ਹੋ, ਕੀ ਕਰਦੇ ਹੋ? ਅਸੀਂ ਕਿਸੇ ਜਥੇਬੰਦੀ ਨੂੰ ਬਿਲੋਂਗ ਨਹੀਂ ਕਰਦੇ। ਮੈਂ ਐਜ਼ ਏ ਇਨਸਾਨੀਅਤ ਆਪਣੇ ਕਿਸਾਨ ਭਰਾਵਾਂ ਨਾਲ ਖੜੀ ਹੋਈ ਹਾਂ। ਮੇਰਾ ਨਾਮ ਰਜਨੀ ਹੈ। ਮੈਂ ਕਿਸੇ ਜਥੇਬੰਦੀ ਨੂੰ ਬਿਲੋਂਗ ਨਹੀਂ, ਸਿਰਫ ਮੈਂ ਆਪਣੇ ਇਨਸਾਨੀਅਤ ਦੇ ਨਾਤੇ ਆਪਣੇ ਕਿਸਾਨ ਭਰਾਵਾਂ ਨਾਲ ਖੜੀ ਹਾਂ ਜੋ ਕਿ ਕੱਲ ਉਹਨਾਂ ਨੂੰ ਖੂਨੋ ਖੂਨ ਕੀਤਾ ਹੋਇਆ ਆ। ਉਹ ਚੀਜ਼ਾਂ ਦੇਖ ਕੇ ਮੈਨੂੰ ਸੀਰੀਅਸਲੀ ਨਹੀਂ ਪਤਾ ਸੀ। ਆਪਾਂ ਇਹ ਚੀਜ਼ਾਂ ਦੇਖ ਕੇ ਸਾਲ ਹੋ ਚੱਲਾ ਉਹਨਾਂ ਨੂੰ, ਕਿਸਾਨਾਂ ਨੂੰ ਉੱਥੇ ਬੈਠੇ ਹੋਏ ਦੇਖ ਕੇ। ਸੋ ਇੱਥੇ ਕੁਝ 2 ਨੌਜਵਾਨ ਵੀ ਆਏ ਨੇ ਜਿਹੜੇ ਇਹਨਾਂ ਦੀ ਮਦਦ ਕਰਨ ਲਈ ਆਏ ਨੇ। ਕਿ ਸੇਵਾ ਦੇ ਨਾਲ ਆਏ ਹੋ ਜਾਂ ਇਹਨਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਲਗਾਤਾਰ? ਉਦੋਂ ਸਪੋਰਟ ਕਰਦੇ ਆ, ਠੀਕ ਆ। ਕਿਸਾਨ ਹੈਗੇ ਆ, ਠੀਕ ਆ। ਉੱਤੋਂ ਤੁਸੀਂ ਉਹ ਡਾਂਗਾ ਚਲਾਉਂਦੇ ਪਏ ਉਹਨਾਂ ਉੱਤੇ, ਮਤਲਬ ਕਿੱਥੇ ਦੀ ਹੈਗੀ ਅਕਲਮੰਦੀ? ਕਿੱਥੇ ਦੀ ਹੈਗੀ ਆ? ਉਗਰਵਾਦੀ ਆ, ਠੀਕ ਆ। ਉਗਰਵਾਦੀ ਲੱਗਦੇ ਤੁਹਾਨੂੰ?
ਆ ਤਿੰਨ ਕੁੜੀਆਂ ਖੜੀਆਂ ਵਾ ਧੁੱਪੇ ਖੜੀਆਂ ਧੁੱਪੇ ਠੀਕ ਆ ਆਂਦਾ ਜਾਂਦਾ ਬੰਦਾ ਇੱਥੋਂ ਨਿਕਲੀ ਜਾਂਦਾ ਧੁੱਪੇ ਖੜੀਆਂ ਯਾਰ ਬੰਦਾ ਪਾਣੀ ਪੁੱਛ ਲਵੇ ਆ ਭਾਈ ਤੁਸੀਂ ਵੀ ਆਏ ਤੁਸੀਂ ਲੈ ਕੇ ਆਏ ਕੁਛ ਨਹੀਂ ਨਾ ਇੱਥੇ 36 ਬੰਦਾ ਨਿਕਲਦਾ ਕੁਛ ਨਾ ਕੁਛ ਤਾਂ ਪੁੱਛ ਲਵੇ ਇੱਥੇ ਕਿਹੜਾ ਛੱਤ ਪਾ ਕੇ ਦਿੱਤੀ ਹੋਈ ਹੈ ਇਹਨਾਂ ਨੇ ਨਾਲੇ ਉਹਨੇ ਕੀਤਾ ਕੀ ਹੋਇਆ ਬਸ ਚੌਂਕ ਦੇ ਵਿੱਚ ਕੋਈ ਛੱਤ ਨਹੀਂ ਪਾਉਂਦਾ ਵੈਸੇ ਵੀ ਇਲੀਗਲ ਵੀ ਹੁੰਦਾ ਆ ਸਿਰਫ ਪ੍ਰਸ਼ਾਸਨ ਲਈ ਅਵੇਲੇਬਲ ਹੁੰਦਾ ਭਾਈ ਸਿੱਧਾ ਚੱਲ ਦੋ ਠੀਕ ਆ ਸਾਹਮਣੇ ਜਾ ਕੇ ਵਰਕਸ਼ਾਪ ਚੌਂਕ ਆਏਗਾ ਨਾ ਉੱਥੇ ਚੈੱਕ ਕਰੀਏ ਪੁਤਲਾ ਬਣਿਆ ਪੁਤਲੇ ਉੱਪਰ ਛੱਤ ਪਈ ਹੋਈ ਆ ਕਿਉਂ ਇਹ ਪੁਤਲੇ ਲੱਗਦੇ ਤੁਹਾਨੂੰ ਇਹਨਾਂ 'ਚ ਜਾਨ ਨਹੀਂ ਹੈਗੀ ਪੁਤਲਿਆਂ ਨੂੰ ਛੱਤ ਦਿੱਤੀ ਹੋਈ ਆ ਇਹਨਾਂ ਨੂੰ ਛੱਤ ਨਹੀਂ ਦੇ ਸਕਦੇ ਠੀਕ ਆ ਚਲੋ ਮੈਂ ਮੰਨਦਾ ਇਹਨਾਂ ਪ੍ਰੋਟੈਸਟ ਕਰਦੇ ਪਏ ਠੀਕ ਆ ਤੁਸੀਂ ਆਹ ਦੇਖੋ ਹਰਿਆਣੇ ਵਿੱਚ ਉਹਨਾਂ ਫਾਰਮਰ ਉੱਤੇ ਨਾ ਲਾਠੀ ਚਾਰਜ ਕੀਤੀ ਕਿਉਂ ਕੀਤੀ ਬਈ ਮਤਲਬ ਕੁਛ ਕਰਦੇ ਪਏ ਸੀਗੇ ਬੰਬ ਬੰਬ ਸੁੱਟਦੇ ਪਏ ਸੀ ਇਹਨਾਂ ਉੱਤੇ ਜਾਂ ਪੁਲਿਸ ਵਾਲੇ ਉੱਤੇ ਉਹਨਾਂ ਨੇ ਕੁਛ ਮਾਰਿਆ ਵੱਟੇ ਮਾਰੇ ਹੋਣ ਜਾਂ ਕੁਛ ਕੀਤਾ ਹੋਵੇ ਹੁਣ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਇੱਕ ਨੌਜਵਾਨ ਹੋ ਨੌਜਵਾਨ ਦੀ ਸਲਾਹ ਜਿਹੜੀ ਹੈ ਇਸ ਵੇਲੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ ਭਾਈ ਨਾ ਸਿਰਫ ਪੰਜਾਬ ਦੇ ਵਿੱਚ ਗੱਲ ਕਰੀਏ ਫਾਰਮਰਸ ਪ੍ਰੋਟੈਸਟ ਦੀ ਤੇ ਨੌਜਵਾਨਾਂ ਦੀ ਸ਼ਿਰਕਤ ਸਭ ਤੋਂ ਵੱਧ ਰਹੀ ਹੈ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਜ਼ਿੰਦਗੀ ਤੱਕ ਪੂਰੀ ਤਰੀਕੇ ਨਾਲ ਹਿਲਾ ਕੇ ਰੱਖੀ ਹੈ ਹੁਣ ਤੁਸੀਂ ਵੀ ਬਹੁਤ ਸੈਂਸੀਬਲ ਗੱਲਾਂ ਕਰ ਰਹੇ ਹੋ ਇਸ ਦਾ ਹੱਲ ਕੀ ਕੱਢਿਆ ਜਾ ਸਕਦਾ ਕਿਸ ਤਰੀਕੇ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੱਲ ਇਹ ਕੱਢਿਆ ਜਾ ਸਕਦਾ ਵਾ ਬੈਠ ਕੇ ਗੱਲ ਕਰੋ ਠੀਕ ਆ ਮਤਲਬ ਆਹ ਤਾਂ ਹੈ ਨਹੀਂਗਾ ਕਿ ਤੁਸੀਂ ਫਾਰਮਰ ਨੂੰ ਇੱਕ ਪਾਸੇ ਰੱਖ ਦਿਓ ਇਗਨੋਰ ਹੀ ਕਰ ਦੋਗੇ ਪੂਰਾ ਸਾਲ ਹੋਣ ਲੱਗਾ ਵਾ ਪੂਰੇ ਉਹਨੇ ਪ੍ਰੋਟੈਸਟ ਨੂੰ ਚੱਲਦੇ ਪਏ ਮਤਲਬ ਕੁਝ ਮਤਲਬ ਫਾਰਮਰ ਨੂੰ ਕੁਝ ਸਮਝਦੇ ਨਹੀਂ ਹੈਗੇ ਬੰਦਾ ਵਾ ਕੀ ਹੈਗਾ ਵਾ ਫਾਰਮਰ ਆ ਯਾਰ ਇੰਨੀ ਦੇ ਲੱਗੇ ਹੋਏ ਆ ਮੀਂਹ ਹਨੇਰੀ ਜੋ ਆਂਦਾ ਅਗਲੇ ਉੱਥੇ ਅੜੇ ਹੋਏ ਆ ਯਾਰ ਤੁਸੀਂ ਉਹਨਾਂ ਦੀ ਗੱਲ ਸੁਣੋ ਗੱਲ ਵੀ ਨਹੀਂ ਸੁਣਦੇ ਪਏ ਕਦੀ ਕਿਤੇ ਵੜ ਗਏ ਕਦੀ ਕਿਤੇ ਵੜ ਗਏ ਕਹਿੰਦਾ ਮਤਲਬ ਬਹਿ ਕੇ ਗੱਲ ਤਾਂ ਕਰੋ ਯਾਰ ਤੁਸੀਂ ਉਹਨਾਂ ਦੇ ਨਾਲ ਉਹ ਚਾਹੁੰਦੇ ਕੀ ਡਿਮਾਂਡ ਕੀ ਕਰਦੇ ਪਏ ਆ ਜਾਂ ਕੁਝ ਵੱਧ ਮੰਗਦੇ ਪਏ ਤੁਹਾਡੇ ਤੋਂ ਕਾਨੂੰਨੀ ਮੰਗਦੇ ਪਏ ਜੇ ਤੁਸੀਂ ਸ਼ੁਰੂ ਕੀਤੇ ਹੋਏ ਆ ਕਰਦੇ ਕੀ ਹੋ ਤੁਸੀਂ ਪੜ੍ਹਦੇ ਹੋ ਕੁਝ ਵੀ ਨਹੀਂ ਕਰਦਾ ਸਟੱਡੀ ਕਰਦਾ ਸਟੱਡੀ ਕਰਦੇ ਹੋ ਕੀ ਪੜ੍ਹ ਰਹੇ ਹੋ ਡੀਏਵੀ ਕਾਲਜ ਬੀਏ ਕਰਦਾ ਮੈਂ ਬੀਏ ਕਰ ਰਹੇ ਹੋ ਕਿਹੜੇ ਸਾਲ ਦੇ ਵਿੱਚ ਮੈਂ ਭਾਈ ਫਸਟ ਈਅਰ ਦੇ ਵਿੱਚ ਆ ਫਸਟ ਈਅਰ ਦੇ ਵਿੱਚ ਹੋ ਹਾਲ ਹੀ ਦੇ ਵਿੱਚ ਪਲੱਸ 2 ਤੁਸੀਂ ਪਾਸ ਮੈਂ ਪੰਡਤ ਹਾਂ ਠੀਕ ਆ ਮੈਂ ਫਾਰਮਰ ਨਹੀਂ ਹੈਗਾ ਮੇਰੇ ਯਾਰ ਦੋਸਤ ਬਥੇਰੇ ਫਾਰਮਰ ਹੈਗੇ ਆ ਸਾਡਾ ਆਰਾਮ ਨਾਲ ਨੋਰਮਲ ਆ ਕਾਰੋਬਾਰ ਕੋਈ ਫੈਕਟਰੀ ਕੁਛ ਨਹੀਂ ਹੈਗਾ ਠੀਕ ਆ ਫਾਰਮਰ ਨਹੀਂ ਹੈਗੇ ਅਸੀਂ ਸਿੱਧੀ ਜੀ ਗੱਲ ਹੈਗੇ ਕਾਹਦਾ ਕਾਰੋਬਾਰ ਕਰਦੇ ਹੋ ਸਾਡਾ ਸ਼ੋਪ ਆ ਭਾਈ ਸ਼ੋਪ ਕਰਿਆਨੇ ਦੀ ਸ਼ੋਪ ਹੁਣ ਗੱਲ ਕਰੀਏ ਤੁਸੀਂ ਸਪੋਰਟ ਕਰ ਰਹੇ ਹੋ ਤੁਸੀਂ ਬਹੁਤ ਸੈਂਸੀਬਲ ਗੱਲਾਂ ਵੀ ਕਰ ਰਹੇ ਹੋ ਪਰ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਇੱਕ ਥਾਂ ਤੇ ਅੜੀ ਹੋਈ ਹੈ ਕਿ ਅਸੀਂ ਇਹ ਜਿਹੜੀਆਂ ਸਰਕਾਰ ਤਾਂ ਹਟੂਗੀ ਇਹਦਾ ਫਿਰ ਕਿਸਾਨਾਂ ਅੜੇ ਹਟੂਗੀ ਹੁਣ ਸਰਕਾਰ ਵੀ ਸਰਕਾਰ ਕਹਿੰਦੀ ਹੈ ਵੀ ਇਹ ਜਿਹੜੇ ਅਸੀਂ ਕਾਨੂੰਨ ਲਿਆਂਦੇ ਆ ਇਹ ਕਿਸਾਨਾਂ ਦੇ ਹੱਕ ਲਈ ਆਮ ਜਨਤਾ ਦੇ ਹੱਕ ਲਈ ਲਿਆਂਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਸੋਚ ਮੈਚ ਨਹੀਂ ਕਰ ਰਹੀ ਇਸ ਨੂੰ ਮੈਚ ਕਰਨ ਲਈ ਇਸ ਨੂੰ ਮਿਲਾਉਣ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਭਾਈ ਬੈਠ ਕੇ ਗੱਲ ਕਰਨੀ ਚਾਹੀਦੀ ਆ ਤਾਂ ਹੈ ਨਹੀਂਗਾ ਕਿ ਜਿਹੜੇ ਫਾਰਮਰ ਬੈਠੇ ਉਹਨਾਂ ਨੂੰ ਇਗਨੋਰ ਕਰ ਦਿਓ ਤੁਸੀਂ ਵੀ ਉੱਥੇ ਦੇਖਦੇ ਹੋ ਸਾਲ ਹੋਣ ਲੱਗਾ ਵਾ ਮਤਲਬ ਕਿੰਨੀਆਂ ਕੁ ਬੈਠਕਾਂ ਹੋਈਆਂ ਕਿਸਾਨਾਂ ਦੇ ਨਾਲ ਕਿੰਨੀਆਂ ਕੁ ਬੈਠਕਾਂ ਹੋਈਆਂ ਬਾਅਦ 'ਚੋਂ ਠੀਕ ਆ ਬਾਅਦ 'ਚ ਤੁਹਾਨੂੰ ਮੈਂ ਮੋਦੀ ਗੱਲ ਦਿਖਾ ਦਿੰਦਾ ਮੈਂ ਬਾਅਦ ਦੇ ਵਿੱਚ ਕਹਿ ਦਿੰਦੇ ਕਿ ਹਾਂ ਵੀ ਉਗਰਵਾਦੀ ਆ ਗਏ ਪੱਗਾਂ ਬੰਨੀਆਂ ਹੋਈਆਂ ਵੀ ਉਹ ਖਾਲਿਸਤਾਨੀ ਆ ਗਏ ਕੌਣ ਕਹਿੰਦਾ ਹੈ ਯਾਰ ਮਤਲਬ ਉਹ ਜੇਬਾਂ ਵਿੱਚ ਇਹ ਭਾਪੇ ਘੁੰਮਦੇ ਡਾਂਗਾ ਲੈ ਕੇ ਮਤਲਬ ਉਹ AK-47 ਲੈ ਕੇ ਘੁੰਮਦੇ ਪਏ ਨਾਲ ਆਪਣੇ ਲਾਠੀ ਲੈ ਕੇ ਘੁੰਮਦੇ ਪਏ ਬਹਿ ਕੇ ਗੱਲ ਤਾਂ ਕਰੋ ਉਹਨਾਂ ਦੇ ਨਾਲ ਤੁਸੀਂ ਕੀ ਮੰਗਦੇ ਕੀ ਪਏ ਆ ਸੋ ਇਸ ਵੇਲੇ ਇੱਥੇ ਪਹੁੰਚੇ ਨੇ ਇਹ ਲੈ ਕੇ ਇਹਨਾਂ ਲਈ ਥੋੜਾ ਰਾਹਤ ਦਾ ਸਮਾਨ ਪਹੁੰਚੇ ਨੇ ਪਾਣੀ ਲੈ ਕੇ ਆਏ ਖਾਣ ਪੀਣ ਦਾ ਸਮਾਨ ਲੈ ਕੇ ਆਏ ਰਹਿਣਗੀਆਂ ਨਾ ਮੈਂ ਗਰੰਟੀ ਦਿੰਦਾ ਦੁਬਾਰਾ ਕੀ ਕਹਿ ਰਹੇ 10 ਦਿਨ ਖੜੀਆਂ ਰਹਿਣਗੀਆਂ ਨਾ ਭੈਣਾਂ ਮੇਰੀਆਂ ਮੈਂ 10 ਦਿਨ ਘਰੋਂ ਰੋਟੀ ਵੀ ਲੈ ਕੇ ਆਉਂਗਾ ਜੋ ਡਿਮਾਂਡ ਕਰਾਂਗੀ ਮੈਂ ਸਭ ਕੁਝ ਦਵਾਂਗਾ ਇਹਨਾਂ ਨੂੰ ਭਾਵੇਂ 10 ਦਿਨ ਭਾਵੇਂ ਮਹੀਨਾ ਅੜ ਜਾਣ ਜਿਸ ਤਰੀਕੇ ਦੇ ਨਾਲ ਇਹ ਧਰਨਾ ਲੱਗ ਰਿਹਾ ਤੁਹਾਨੂੰ ਲੱਗਦਾ ਹੈ ਵੀ ਸਰਕਾਰ ਦੇ ਉੱਤੇ ਅਸਰ ਹੋਏਗਾ ਕਿਉਂਕਿ 1 ਸਾਲ ਦਾ ਸਮਾਂ ਹੋਣ ਨੂੰ ਜ਼ਿਆਦਾ ਸਮਾਂ ਨਹੀਂ ਹੈ 2 ਮਹੀਨੇ ਰਹਿ ਗਏ 10 ਮਹੀਨੇ ਹੋ ਚੁੱਕੇ ਗੱਲ ਕਰੀਏ ਠੀਕ ਆ ਸਰਕਾਰ ਸਾਡੀ ਬੇਸ਼ਰਮ ਆ ਸਿੱਧੀ ਮੁੱਕ ਦੀ ਗੱਲ ਸਰਕਾਰ ਹੀ ਬੇਸ਼ਰਮ ਹੈਗੀ ਆ ਉਹਨਾਂ ਨੂੰ ਦੇਖਦਾ ਹੀ ਨਹੀਂ ਪਿਆ ਵਿਚਾਰੇ ਕੁੜੀਆਂ ਖੜੀਆਂ ਤੁਸੀਂ ਫਾਰਮਰ ਹੋ ਠੀਕ ਆ ਤੁਸੀਂ ਵੀ ਫਾਰਮਰ ਹੋ ਉਹ ਵੀ ਫਾਰਮਰ ਆ ਠੀਕ ਆ ਫਾਰਮਰ ਆ ਠੀਕ ਆ ਅਗਲੇ ਦੇ ਭਰਾ ਵੀ ਹੋਣੇ ਆ ਅਗਲੇ ਨੇ ਪ੍ਰੋਟੈਸਟ ਕਰਾਣੇ ਕੁੜੀਆਂ ਪ੍ਰੋਟੈਸਟ ਕਰਨ ਆਈਆਂ ਵਾ ਸਰਕਾਰ ਨੂੰ ਲਾਹਨਤ ਪੈਣੀ ਚਾਹੀਦੀ ਆ ਕੁੜੀਆਂ ਕਰਨ ਆਈਆਂ ਮਾਮਾ ਕੁੜੀਆਂ ਦੀ ਤਾਂ ਗੱਲ ਸੁਣ ਲਾ ਸੋ ਕੁੜੀਆਂ ਨਾਲ ਵੀ ਗੱਲਬਾਤ ਇੱਥੇ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕੀ ਕਹਿੰਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੱਲ ਦੀ ਜਿਹੜੀ ਹਰਕਤ ਹੋਈ ਉਹ ਸਾਰੇ ਵਾਕਈ ਹੀ ਸ਼ਰਮਨਾਕ ਸੀਗੀ ਗਲਤ ਸੀਗੀ ਪਰ ਤੁਹਾਡੇ ਵਿਚਾਰ ਕੀ ਕਹਿੰਦੇ ਆ ਕਿ ਜਿਹੜੀ ਸਰਕਾਰ ਆਪਣੇ ਐਕਸ਼ਨਸ ਲੈ ਰਹੀ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਠੀਕ ਕਰਨਾ ਚਾਹੀਦਾ ਉਹਨੂੰ ਪਹਿਲੀ ਗੱਲ ਤੇ ਇਹ ਆ ਕਿ ਅਸੀਂ ਉਸ ਨੂੰ ਸਰਕਾਰ ਹੀ ਨਹੀਂ ਮੰਨਦੇ ਜੋ ਇੰਨੇ ਟਾਈਮ ਤੋਂ ਪ੍ਰੋਟੈਸਟ ਹੋ ਰਿਹਾ ਪੂਰਾ ਪੀਸਫੁਲੀ ਹੋ ਰਿਹਾ ਆ ਫਿਰ ਵੀ ਕਿਉਂ ਨਹੀਂ ਸ਼ਰਮ ਕਰ ਰਹੇ ਅਸੀਂ ਉੱਥੇ ਕੋਈ ਕਿਸੇ ਤੇ ਲਾਠੀਚਾਰਜ ਸਾਡੇ ਤੇ ਕਿਉਂ ਹੋ ਰਿਹਾ ਅਸੀਂ ਕੁਝ ਕਰ ਰਹੇ ਆ ਕੋਈ ਅਸੀਂ ਰੋਡ ਜਾਮ ਨਹੀਂ ਕੀਤਾ ਅਸੀਂ ਸਾਈਡਾਂ ਤੇ ਖੜੇ ਹੋਏ ਆ ਜੋ ਉੱਥੇ ਕਿਸਾਨ ਬੈਠੇ ਆ ਉਹ ਵੀ ਪੀਸਫੁਲੀ ਪ੍ਰੋਟੈਕਟ ਕਰ ਰਹੇ ਆ ਫਿਰ ਵੀ ਕਿਉਂ ਇਦਾਂ ਕਰ ਰਹੀ ਆ ਉਹ ਅਸੀਂ ਆਪਣੇ ਰਾਈਟ ਮੰਗ ਰਹੇ ਆ ਅਸੀਂ ਕੋਈ ਉਹਨਾਂ ਦੀ ਕੋਈ ਚੀਜ਼ ਨਹੀਂ ਮੰਗ ਰਹੇ ਇੰਨੇ ਟਾਈਮ ਦੀਆਂ ਸਰਕਾਰਾਂ ਖਾਈ ਜਾਂਦੀਆਂ ਨੋਟਬੰਦੀ ਕੀਤੀ ਅਸੀਂ ਫਿਰ ਵੀ ਨਹੀਂ ਬੋਲੇ ਕਿੰਨਾ ਕੁਛ ਕੀਤਾ ਅਸੀਂ ਕੁਛ ਨਹੀਂ ਬੋਲੇ ਪਰ ਇਹ ਸਾਡੇ ਰਾਈਟ ਆ ਜੇ ਸਾਤੋਂ ਇਹੀ ਖੋਲੇ ਜਾਣਗੇ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਤੁਸੀਂ ਖੁਦ ਦੱਸੋ ਕਿਉਂਕਿ ਹਰ ਬੰਦਾ ਅੰਨ ਖਾਂਦਾ ਅੱਜ ਹਰ ਉਹ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜਾ ਅੱਜ ਘਰ ਵਿੱਚ ਬੈਠ ਕੇ ਗੱਲਾਂ ਕਰ ਰਿਹਾ ਹੈ ਕਿਉਂਕਿ ਹਰ ਇੱਕ ਬੰਦਾ ਰੋਟੀ ਖਾਂਦਾ
ਤੇ ਰੋਟੀ ਸਿਰਫ ਸਰਕਾਰ ਕਿਸਾਨਾਂ ਤੋਂ ਹੀ ਆਉਂਦੀ ਆ। ਜੇ ਕਿਸਾਨ ਆਨੀ ਨਾ ਬੀਜੂਗਾ ਤਾਂ ਫਿਰ ਖਾਓਗੇ ਕਿੱਥੇ? ਜੋ ਅੱਜ ਸ਼ਾਪਾਂ ਤੇ ਬੈਠੇ ਆ ਉਹ ਕਹਿ ਰਹੇ ਆ ਅਸੀਂ ਸ਼ਾਪਾਂ ਤੋਂ ਲੈ ਲਵਾਂਗੇ, ਸ਼ਾਪਾਂ ਤੋਂ ਕਿੱਥੇ ਅਨਾਜ ਆਏਗਾ? ਜੇ ਕਿਸਾਨ ਅਨਾਜ ਬੀਜੇਗਾ ਤਾਂ ਆਏਗਾ ਨਾ। ਤੇ ਉਹਨੂੰ ਵੀ ਅੱਜ ਜਿਨ੍ਹਾਂ ਦੇ ਘਰ ਅੱਜ ਲਾਸ਼ਾਂ ਜਾਂਦੀਆਂ ਉਹ ਕੀ ਸੋਚ ਕੇ ਆ ਬੈਠੇ ਹੋਏ ਆ ਉੱਥੇ। ਗੱਲ ਬਹੁਤ ਸਟਰੋਂਗ ਗੱਲ ਕੀਤੀ ਹੈ। ਪਿੱਛੇ ਇੱਕ ਹੋਰ ਕੁੜੀ ਖਲੋਤੀ ਹੈ, ਕੀ ਨਾਮ ਹੈ ਬੱਚੇ ਤੁਹਾਡਾ? ਸ਼ਰਨਦੀਪ। ਸ਼ਰਨਦੀਪ, ਕਿਸ ਤਰੀਕੇ ਨਾਲ ਦੇਖਦੇ ਹੋ ਇਸ ਸਾਰੀ ਹਰਕਤ ਨੂੰ? ਅੱਜ ਦਾ ਜਿਹੜਾ ਪ੍ਰੋਟੈਸਟ ਹੋਇਆ ਗੱਲ ਕਰੀਏ ਤੇ ਉਸ ਦੇ ਨਾਲ ਵੀ ਦਿੱਕਤ ਜਿਹੜੀ ਹੈ ਅਲਟੀਮੇਟਲੀ ਲੋਕਾਂ ਨੂੰ ਹੀ ਆ ਰਹੀ ਹੈ, ਪਰ ਸਰਕਾਰ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋ ਰਿਹਾ। ਉਹਨਾਂ ਦੇ ਕੰਨ ਦੇ ਉੱਤੇ ਜੂੰ ਵੀ ਸਰਕਦੀ ਨਜ਼ਰ ਨਹੀਂ ਆ ਰਹੀ। ਹੱਥ 'ਚ ਤੁਹਾਡੇ ਚਾਰਟ ਫੜਿਆ ਹੋਇਆ ਹੈ, ਬਹੁਤ ਸਟਰੋਂਗ ਮੈਸੇजेस ਲਿਖੇ ਹੋਏ ਆ ਤੁਸੀਂ, ਪਰ ਫਿਰ ਵੀ ਕੀ ਕੀਤਾ ਜਾਣਾ ਚਾਹੀਦਾ ਹੁਣ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ? ਲੋਕ ਸਮਝਦੇ ਹੀ ਨਹੀਂ ਪਏ ਇਸ ਗੱਲ ਨੂੰ ਵੀ ਜੇ ਕਿਸਾਨ ਬਰਬਾਦ ਹੋ ਰਿਹਾ ਅੱਜ ਤੇ ਕੱਲ੍ਹ ਨੂੰ ਉਹ ਵੀ ਬਰਬਾਦ ਹੋਣਗੇ। ਲੋਕ ਕਹਿ ਰਹੇ ਆ ਵੀ ਹਾਂ ਪ੍ਰੋਟੈਸਟ ਕਰ ਰਹੇ, ਜੇ ਕਿਸਾਨ ਪ੍ਰੋਟੈਸਟ ਕਰਦੇ ਆ ਤਾਂ ਲੋਕ ਕਹਿ ਰਹੇ ਵੀ ਸਾਨੂੰ ਦਿੱਕਤ ਆ ਰਹੀ ਕਿਤੇ ਆਉਣ ਜਾਣ 'ਚ, ਪਰ ਉਹ ਆਏ ਨਹੀਂ ਸਮਝਦੇ ਵੀ ਤੁਹਾਨੂੰ ਤਾਂ 1 ਦਿਨ ਦੀ 2 ਦਿਨ ਦੀ ਦਿੱਕਤ ਹੈ। ਜਿਹੜੇ ਲੋਕ ਉੱਥੇ ਸਾਲ ਹੋ ਗਏ ਉਹਨਾਂ ਦੇ ਪਰਿਵਾਰ ਨੂੰ ਕਿੰਨੀ ਦਿੱਕਤ ਹੈ, ਜਿਨ੍ਹਾਂ ਦੇ ਘਰੇ ਲਾਸ਼ਾਂ ਜਾਂਦੀਆਂ, ਉਹ ਕਿਵੇਂ ਉਹ ਆਪਦੇ ਆਪ ਨੂੰ ਕੰਟਰੋਲ ਕਰਦੇ, ਕਿਵੇਂ ਉਸ ਪ੍ਰੋਟੈਸਟ 'ਚ ਬੈਠੇ ਆ। ਲੋਕ ਸਮਝਦੇ ਨਹੀਂ ਪਏ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਵੀ ਸਾਨੂੰ ਇਹਦੇ ਨਾਲ ਖੜਨਾ ਚਾਹੀਦਾ ਕਿਸਾਨਾਂ ਨਾਲ, ਵੀ ਜੇ ਅੱਜ ਕਿਸਾਨੀ ਨਾਲ ਅਸੀਂ ਖੜਾਂਗੇ ਫੇਰ ਹੀ ਕੱਲ੍ਹ ਨੂੰ ਜਿੰਦਾ ਰਹਾਂਗੇ, ਨਹੀਂ ਤਾਂ। ਦਿੱਲੀ ਗਏ ਸੀਗੇ ਤੁਸੀਂ ਮੋਰਚੇ ਦੇ ਉੱਤੇ? ਤੁਹਾਡੇ ਘਰ ਦੇ ਵਿੱਚੋਂ ਕੋਈ? ਹਾਂਜੀ, ਕੌਣ ਗਿਆ ਸੀਗਾ? ਮੇਰੇ ਚਾਚਾ ਜੀ ਤੇ ਪਾਪਾ ਜਾਂਦੇ ਨੇ। ਪਾਪਾ ਜਾਂਦੇ ਆਂਦੇ, ਹਾਲੇ ਵੀ ਜਾਂਦੇ ਆਂਦੇ ਰਹਿੰਦੇ? ਹਾਂਜੀ, ਜਾਂਦੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਜਿਹੜਾ ਮੋਰਚਾ ਸੀਗਾ ਉੱਥੇ ਤੁਸੀਂ ਆਪਣੀ ਸ਼ਿਰਕਤ ਪਾਈ, ਕਿਸ ਤਰੀਕੇ ਦੇ ਨਾਲ, ਕਿੰਨਾ ਸਮਾਂ ਉੱਥੇ ਬਿਤਾਇਆ, ਕਿੰਨੀ ਕੁ ਟੈਨਸ਼ਨ ਰਹਿੰਦੀ ਸੀਗੀ? ਹਾਲ ਹੀ ਦੇ ਵਿੱਚ ਮੀਂਹ ਆਏ, ਝੱਖੜ ਆਏ, ਉੱਥੇ ਬਹੁਤ ਬੁਰੀ ਹਾਲਤ ਦੇਖਣ ਨੂੰ ਮਿਲੀ, ਪਰ ਫਿਰ ਵੀ ਜਿਹੜੀ ਸਰਕਾਰ ਆ ਉਹ ਕੁਝ ਕਰ ਨਹੀਂ ਰਹੀ। ਲੋਕਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਨੇ, ਜਿਸ ਤਰੀਕੇ ਦੀ ਗੱਲਬਾਤ ਚਾਹੀਦੀ ਆ, ਉਹ ਹੋ ਨਹੀਂ ਰਹੀ। ਉਸ ਨੂੰ ਕਿਸ ਤਰੀਕੇ ਨਾਲ ਰਿਜ਼ੋਲਵ ਕਰਨ, ਸਿਰਫ ਇਹੀ ਕੁਐਸਚਨ ਲੋਕਾਂ ਦੇ ਮਨ ਦੇ ਵਿੱਚ ਵੀ ਹੈ, ਕਿਉਂਕਿ ਬਾਰ-ਬਾਰ ਧਰਨੇ ਕਰਨਾ, ਰਾਹ ਰੋਕਣਾ, ਲੋਕਾਂ ਨੂੰ ਦਿੱਕਤ ਹੁੰਦੀ ਹੈ, ਸਰਕਾਰ ਨੂੰ ਨਹੀਂ ਹੁੰਦੀ, ਵਪਾਰ ਤੇ ਅਸਰ ਹੁੰਦਾ। ਹਾਂਜੀ, ਪਹਿਲੀ ਗੱਲ ਤਾਂ ਲੋਕਾਂ ਦਾ ਰਾਹ ਕਿਸੇ ਨੇ ਨਹੀਂ ਰੋਕਿਆ, ਜਸਟ ਇੱਕ ਦਿਨ ਰਸਤਾ ਰੋਕਿਆ ਸੀ, ਟ੍ਰੇਨਾਂ ਰੋਕੀਆਂ ਸੀਗੀਆਂ। ਉਸ ਤੋਂ ਬਾਅਦ ਕਿਸਾਨ ਬਹੁਤ ਪੀਸਫੁਲੀ ਕਹਿ ਸਕਦੇ ਆ, ਬਹੁਤ ਰਿਸਪੈਕਟ ਨਾਲ ਕਰ ਰਹੇ ਆ ਉੱਥੇ ਧਰਨਾ। ਕੋਈ ਉਹਨਾਂ ਨੇ ਕਿਸੇ ਵੀ ਆਮ ਜਨਤਾ ਨੂੰ ਨੁਕਸਾਨ ਨਹੀਂ ਹੋਇਆ। ਈਵਨ ਕਿ ਆਮ ਜਨਤਾ ਉੱਥੇ ਖੁਦ ਜਾ ਕੇ ਸੇਵਾ ਦੇ ਕੇ ਆ ਰਹੀ ਆ। ਹਾਂਜੀ, ਜੇ ਤੁਸੀਂ ਗੱਲ ਕਰਦੇ ਹੋ ਮੀਂਹ ਦੀ, ਸਟਾਰਟਿੰਗ ਮੀਂਹ ਤੋਂ ਨਹੀਂ ਹੈਗੀ, ਉਹਨਾਂ ਨੇ ਸਰਦੀਆਂ ਉੱਥੇ ਕੱਢ ਦਿੱਤੀਆਂ ਹੈਗੀਆਂ, ਉਹਨਾਂ ਨੇ ਗਰਮੀਆਂ ਉੱਥੇ ਕੱਢ ਦਿੱਤੀਆਂ ਹੈਗੀਆਂ। ਔਰ ਦੂਸਰੀ ਗੱਲ, ਜਿਹੜਾ ਮੀਂਹ, ਝੱਖੜ, ਤੂਫਾਨ, ਉਹਨਾਂ ਨੇ ਸਭ ਕੁਝ ਉੱਥੇ ਕੱਢ ਦਿੱਤਾ ਹੈਗਾ। ਅਗਰ ਉਹਨਾਂ ਦੇ ਘਰਾਂ 'ਚ ਜਾ ਕੇ ਦੇਖੀ ਹੋਇਆ ਇਸ ਟਾਈਮ ਦੇਖਿਆ ਜਾਏ ਤਾਂ ਬਹੁਤ ਸੋਹਣੇ ਘਰਾਂ ਦੇ ਮਾਲਕ ਹੁੰਦੇ ਆ, ਬਟ ਜਸਟ ਇੱਕ ਉਹਨਾਂ ਨੂੰ ਸੜਕਾਂ ਤੇ ਆਉਣਾ ਪਿਆ। ਇਹ ਕਾਲੇ ਕਾਨੂੰਨ ਰੱਦ ਕਰ ਦਿੱਤੇ ਜਾਣ, ਉਹ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠਣਗੇ। ਕਿਸੇ ਨੂੰ ਕੋਈ ਸ਼ੌਂਕ ਨਹੀਂ ਹੈਗਾ ਆਪਣੇ ਘਰ ਛੱਡ ਕੇ ਸੜਕਾਂ ਤੇ ਬੈਠਣ ਦਾ। ਐਂਡ ਜੇ ਗੱਲ ਕਰਦੇ ਹਾਂ ਅਸੀਂ, ਮੇਰੇ ਹਿਸਾਬ ਨਾਲ ਮੈਂ ਜਿੱਥੇ ਤੱਕ ਅਸੀਂ ਡੇਲੀ ਮੈਂ ਜੌਬ ਤੇ ਜਾਂਦੀ ਹਾਂ, ਮੈਨੂੰ ਇੱਕ ਦਿਨ ਵੀ ਪ੍ਰੋਬਲਮ ਨਹੀਂ ਆਈ ਇਹ ਚੀਜ਼ ਨੂੰ ਲੈ ਕੇ। ਕਾਹਦੀ ਜੌਬ ਕਰਦੇ ਹੋ? ਮੈਂ ਨਰਸਿੰਗ ਸਟਾਫ ਆ। ਮੈਨੂੰ ਇੱਕ ਦਿਨ ਵੀ ਇਹ ਚੀਜ਼ ਨੂੰ ਲੈ ਕੇ ਪ੍ਰੋਬਲਮ ਨਹੀਂ ਆਈ ਹੈਗੀ ਕਿ ਕਿਸਾਨਾਂ ਦੀ ਵਜ੍ਹਾ ਨਾਲ, ਨੋ, ਕਦੇ ਵੀ ਨਹੀਂ। ਹਾਂ, ਈਵਨ ਕਿ ਅਗਰ ਕਿਸਾਨਾਂ ਦੇ ਅੱਜ ਇਹ ਕਾਨੂੰਨ ਨਹੀਂ ਰੱਦ ਕੀਤੇ ਜਾਂਦੇ ਆ, ਕੱਲ ਨੂੰ ਸਾਡਾ ਫਿਊਚਰ, ਆਉਣ ਵਾਲੀ ਪੀੜ੍ਹੀ ਸਭ ਖਰਾਬ ਹੋ ਜਾਊਗੀ। ਅਸੀਂ ਕਿੱਥੋਂ ਅਨਾਜ ਖਾਵਾਂਗੇ? ਅਸੀਂ ਤਾਂ ਗੁਲਾਮ ਹੋ ਜਾਾਂਗੇ ਆਪਣੀਆਂ ਸਰਕਾਰਾਂ ਦੇ। ਅਗਰ ਅੱਜ ਦੇਖੋ ਹਰ ਇੱਕ ਬੱਚਾ ਆਈਲੈਟਸ ਕਰਕੇ ਬਾਹਰ ਜਾ ਰਿਹਾ, ਕੋਈ ਇੰਡੀਆ ਵਿੱਚ ਹੈ ਹੀ ਨਹੀਂ। ਕਿਉਂ? ਅਗਰ ਤੁਸੀਂ ਇੱਥੇ ਸਾਨੂੰ ਜੌਬ ਪ੍ਰੋਵਾਈਡ ਕਰੋ, ਇੱਥੇ ਸਭ ਕੁਝ ਹੋਵੇ, ਸਾਡਾ ਇੱਥੇ ਸਭ ਕੁਝ ਵਧੀਆ ਹੋਵੇ, ਕਿਉਂ ਜਾਣਾ? ਫਿਰ ਕਹਿ ਰਿਹਾ ਕਿ ਇਹਨਾਂ ਨੂੰ ਰਾਸ਼ਨ ਕਿੱਥੋਂ ਆਉਂਦਾ ਆ, ਇਹਨਾਂ ਨੂੰ ਇਹ ਸਭ ਕੁਝ ਕਿੱਥੋਂ ਆ ਰਿਹਾ? ਸਾਡੇ ਧੀ ਪੁੱਤ ਸਾਰਿਆਂ ਦੇ ਬਾਹਰ ਹੈਗੇ ਆ, ਉਹ ਮਿਹਨਤਾਂ ਕਰਦੇ ਆ, ਉੱਥੇ ਸ਼ਿਫਟਾਂ ਲਾਉਂਦੇ ਆ, ਕਿੱਦਾਂ ਪੈਸਾ ਇਕੱਠਾ ਕਰਕੇ। ਲੋਕੀ ਉੱਥੇ ਪੱਖਿਆਂ ਦੀ ਸੇਵਾ ਕਰਕੇ ਆਏ ਆ, ਅਨਾਜ ਦੀ ਸੇਵਾ ਕਰ ਰਹੇ ਆ। ਕੋਈ ਚੀਜ਼ ਦੀ ਉੱਥੇ ਕਮੀ ਨਹੀਂ ਆ ਦੇ ਰਹੇ। ਬਸ ਕਮੀ ਕਿਸ ਚੀਜ਼ ਦੀ ਆ? ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਰਹੇ। ਜੋ ਕਿ ਇਹ ਰੱਦ ਨਹੀਂ ਹੁੰਦੇ ਪਏ ਉਦੋਂ ਤੱਕ ਅਸੀਂ ਵੀ ਨਹੀਂ ਹਟਦੇ। ਮੈਂ ਕਹਿੰਦੀ ਹਾਂ ਜਿੰਨੇ ਵੀ ਮੇਰੇ ਭਰਾ ਭੈਣਾਂ ਤੱਕ ਇਹ ਮੈਸੇਜ ਆ ਰਿਹਾ, ਪਲੀਜ਼ ਕੋਈ ਵੀ ਘਰਾਂ 'ਚ ਨਾ ਬੈਠੋ। ਹੁਣ ਬਹੁਤ ਗੱਲ ਅੱਗੇ ਵੱਧ ਚੁੱਕੀ ਆ। ਅਗਰ ਉਹਨਾਂ ਨੇ ਲਾਠੀ ਚਾਰਜ ਕਰ ਦਿੱਤੀ ਕੱਲ, ਕਿੰਨਾ ਨਾਜਾਇਜ਼ ਧੱਕਾ ਕੀਤਾ ਉਹਨਾਂ ਨਾਲ, ਹੁਣ ਅੱਗੇ ਪਤਾ ਨਹੀਂ ਕੀ ਕੁਝ ਹੋਊਗਾ। ਬਟ ਇਹ ਸਾਡੇ ਪੇਸ਼ੈਂਸ, ਮਤਲਬ ਕਹਿ ਸਕਦੇ ਹਾਂ ਕਿ ਮਤਲਬ ਸਾਡੇ ਪੇਸ਼ੈਂਸ ਨੂੰ ਇਹ ਔਰ ਪਰਤਾਉਂਦੇ ਪਏ ਆ ਕਿ ਹਾਂ ਕਿਸ ਹੱਦ ਤੱਕ, ਬਟ ਫਿਰ ਵੀ ਅਸੀਂ ਪੀਸਫੁਲੀ ਧਰਨਾ ਕਰ ਰਹੇ ਹਾਂ। ਬਟ ਕਦੇ ਕਿਸੇ ਨੂੰ ਸੜਕਾਂ ਤੇ ਕੋਈ ਪ੍ਰੋਬਲਮ ਨਹੀਂ ਆਈ, ਕਿਸੇ ਨੂੰ ਕੁਝ ਨਹੀਂ ਪ੍ਰੋਬਲਮ ਆਈ। ਹਾਂ, ਕੋਈ ਮੋਦੀ ਭਗਤ ਹੈਗੇ ਜਿਨ੍ਹਾਂ ਨੂੰ ਲੱਗ ਰਿਹਾ ਕਿ ਸੜਕਾਂ ਤੇ ਪ੍ਰੋਬਲਮ ਆ ਰਹੀ, ਉਹ ਫਿਰ ਮੋਦੀ ਭਗਤ ਆ, ਉਹਨਾਂ ਨੂੰ ਤਾਂ ਫਿਰ ਲੱਗਣਾ ਹੀ ਆ। ਬਸ ਵੈਸੇ ਮੇਰੇ ਹਿਸਾਬ ਨਾਲ ਤੇ ਤੁਹਾਨੂੰ ਕਿਸੇ ਨੂੰ ਵੀ ਕੋਈ ਲੱਗ ਰਿਹਾ ਕਿ ਸੜਕ ਤੇ ਕਿਸੇ ਨੂੰ ਪ੍ਰੋਬਲਮ ਆ ਰਹੀ ਹੋਏਗੀ। ਇਸ ਸੜਕ ਤੇ ਪ੍ਰੋਬਲਮ ਨਹੀਂ ਆ ਰਹੀ, ਪਰ ਇਸ ਤੋਂ ਪਹਿਲਾਂ ਅਸੀਂ ਪੀਏਪੀ ਦਾ ਹਾਲ ਵਿਖਾਇਆ। ਉੱਥੇ ਕੁਝ ਲੋਕ ਐਸੇ ਸੀਗੇ, ਪਹਿਲਾਂ ਆਪਾਂ ਗੱਲ ਦੀ ਵਜ੍ਹਾ ਕਰਕੇ ਆ ਨਾ, ਉਹ ਸਰਕਾਰਾਂ ਦੀ ਵਜ੍ਹਾ, ਸਰਕਾਰਾਂ ਚਾਹਣ ਤਾਂ ਉਹ ਪ੍ਰੋਬਲਮ ਸਾਡੀ ਕਰ ਸਕਦੀਆਂ ਸੋਲਵ। ਅਸੀਂ ਮੰਗ ਕੀ ਰਹੇ ਹਾਂ? ਸਿਰਫ ਆਪਣੇ ਰਾਈਟ ਮੰਗ ਰਹੇ ਹਾਂ ਅਸੀਂ। ਧਰਨੇ ਲੱਗੇ ਹੋਏ ਨੂੰ ਆ ਮੇਰੇ ਖਿਆਲ 'ਚ ਅੱਜ ਪਹਿਲਾ ਧਰਨਾ ਹੋਏਗਾ ਜਿਹੜਾ ਰੋਡ ਤੇ ਹੋਇਆ ਹੋਏਗਾ। ਉਸ ਤੋਂ ਬਾਅਦ ਕੋਈ ਵੀ ਧਰਨਾ ਇੱਦਾਂ ਦਾ ਨਹੀਂ ਸੀਗਾ ਜਿੱਥੇ ਕਿਸੇ ਆਮ ਜਨਤਾ ਨੂੰ ਪ੍ਰੋਬਲਮ ਆਈ ਹੋਏਗੀ। ਆਮ ਜਨਤਾ ਦੀ ਗੱਲ ਕਰੀਏ ਤੇ ਉੱਥੇ ਦੀ ਅੱਜ ਜਿਹੜੀ ਕੰਪਲੇਂਟ ਸੀਗੀ ਮੇਨ, ਉਹ ਆਮ ਜਨਤਾ ਵੱਲੋਂ ਸੀਗੀ। ਸਟੂਡੈਂਟ ਸੀਗੇ, 2 ਟੈਸਟ ਸੀਗੇ ਅੱਜ। 에ਅਰਫੋਰਸ ਦਾ ਇੱਕ ਹੋਰ ਟੈਸਟ ਸੀਗਾ ਜੋ ਹਾਲੇ ਖਤਮ ਹੋਣਾ ਆ।
ਜਿਸ ਕਾਰਨ ਲੋਕਾਂ ਜਿਹੜੇ ਬੱਚੇ ਟੈਸਟ ਦੇ ਚੁੱਕੇ ਆ ਉਹਨਾਂ ਨੂੰ ਉੱਥੇ 2 ਘੰਟੇ ਵੇਟ ਕਰਨੀ ਪਈ। ਜਿਹੜੇ ਲੋਕਾਂ ਨੂੰ ਕਿਸਾਨਾਂ ਦੇ ਬਾਰੇ ਨਹੀਂ ਪਤਾ ਸੀਗਾ, ਪ੍ਰੋਟੈਸਟ ਦੇ ਬਾਰੇ ਨਹੀਂ ਪਤਾ ਸੀਗਾ, ਉਹ ਲੋਕਾਂ ਨੂੰ 2 ਘੰਟੇ ਵੇਟ ਕਰਨੀ ਪਈ। ਜਿਹੜੇ ਲੋਕ ਜਲੰਧਰ ਤੋਂ ਫਗਵਾੜੇ ਜਾਂ ਜਲੰਧਰ ਤੋਂ ਕਿਸੇ ਹੋਰ ਪਾਸੇ ਜਾ ਰਹੇ ਸੀ ਉਹਨਾਂ ਨੂੰ 1.5 ਘੰਟਾ ਉਸ ਜਗ੍ਹਾ ਤੇ ਖਲੋਣਾ ਪਿਆ। ਉਸ ਕਾਰਨ ਲੋਕਾਂ ਨੂੰ ਦਿੱਕਤ ਜ਼ਰੂਰ ਆਈ। ਪਰ ਦੂਸਰੇ ਪਾਸੇ ਗੱਲ ਕਰੀਏ ਤੇ ਉਹਨਾਂ ਲੋਕਾਂ ਨੇ ਇਹ ਵੀ ਕਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ, ਪਰ ਇਸ ਵੇਲੇ ਸਾਨੂੰ ਦਿੱਕਤ ਆ ਰਹੀ ਹੈ ਆਉਣ ਜਾਣ ਦੇ ਵਿੱਚ। ਸਾਡੇ ਕਈ ਐਂਬੂਲੈਂਸਿਸ ਵਿੱਚ ਫਸੀਆਂ ਹੋਈਆਂ ਸੀ, ਉਹਨਾਂ ਨੂੰ ਕੱਢਿਆ ਜ਼ਰੂਰ ਗਿਆ ਪਰ ਸਮਾਂ ਉੱਥੇ ਵੀ ਲੱਗਾ। ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕੋਈ ਐਸਾ ਉਪਰਾਲਾ ਵੀ ਕਰਨਾ ਚਾਹੀਦਾ ਆ? ਮੈਂ ਤੁਹਾਨੂੰ ਇਹ ਚੀਜ਼ ਦਾ ਰਿਪਲਾਈ ਕਰ ਰਹੀ ਹਾਂ, ਜੋ ਟੈਸਟ ਕੈਂਸਲ ਹੋਏ, ਜੋ ਵੀ ਕੈਂਸਲ ਹੋਏ, ਬਟ ਇੱਕ ਚੀਜ਼ ਦੇਖਣ ਵਾਲੀ, ਅੱਜ ਉਹਨਾਂ ਦੇ ਟੈਸਟ ਕੈਂਸਲ ਹੋਏ ਨਾ, ਉਹਨਾਂ ਦਾ ਕਰੀਅਰ ਖਰਾਬ ਹੋ ਰਿਹਾ, ਹਰ ਬੱਚੇ ਨੂੰ ਦੁੱਖ ਲੱਗਿਆ ਨਾ। ਉਹਨਾਂ ਦੀਆਂ ਫਸਲਾਂ ਤੇ ਹੁਣ ਸਾਡੇ ਕਿਸਾਨ ਆ, ਸਾਡੀਆਂ ਫਸਲਾਂ ਤੇ ਕੋਈ ਬਾਹਰੋਂ ਆ ਕੇ ਬਹਿ ਜਾਊਗਾ, ਸਾਨੂੰ ਵੀ ਦੁੱਖ ਲੱਗੂਗਾ ਨਾ। ਉਹੀ ਸੀਨ ਉਹਨਾਂ ਨਾਲ ਅੱਜ ਹੋ ਗਿਆ, ਕਿਉਂਕਿ ਇਹ ਚੀਜ਼ ਹੋਣੀ ਆ। ਹੁਣ ਅੱਗੇ ਮੈਂ ਖੁਦ ਕਹਿੰਦੀ ਹਾਂ ਚੀਜ਼ ਹੋਣੀ ਚਾਹੀਦੀ ਆ। ਹੁਣ ਤਾਂ ਸੜਕਾਂ ਐਕਚੁਅਲ ਵਿੱਚ ਜਾਮ ਕਰਨੀਆਂ ਚਾਹੀਦੀਆਂ ਆ, ਕਿਉਂਕਿ ਜੋ ਉਹਨਾਂ ਨੇ ਕੱਲ ਕੀਤਾ ਹੈ ਨਾ, ਉਹ ਚੀਜ਼ ਨੂੰ ਲੈ ਕੇ ਸਾਨੂੰ ਇਹ ਚੀਜ਼ ਸੱਚੀ ਵੀ ਹੋਣਾ ਚਾਹੀਦਾ। ਹੁਣ ਹਾਂਜੀ, ਤੁਸੀਂ ਕੀ ਕਹਿੰਦੇ ਹੋ? ਇਹੀ ਕਹਿੰਦੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ। ਅੱਜ ਲੋਕਾਂ ਨੂੰ ਸਿਰਫ 2 ਘੰਟੇ ਦੀ ਪ੍ਰੋਬਲਮ ਆ ਰਹੀ ਆ ਨਾ, ਤਾਂ ਪੂਰਾ ਕੈਰੀਅਰ ਵੀ ਇਸ ਪਿੱਛੇ ਖਰਾਬ ਹੋਏਗਾ ਨਾ। ਕੱਲ੍ਹ ਨੂੰ ਕੀ ਕਰਨਗੇ ਉਹ? ਜੇ ਉਹ ਸਾਡੇ ਖੇਤਾਂ ਜਾ ਕੇ ਬੈਠੂਗੇ, ਅਸੀਂ ਕੀ ਖਾਵਾਂਗੇ? ਅਸੀਂ ਤਾਂ ਪਹਿਲਾਂ ਹੀ ਗੁਲਾਮ, ਆਲਵੇਜ਼ ਅਸੀਂ ਗੁਲਾਮ ਹੀ ਆ। ਇਹ ਲੋਕਾਂ, ਜੇ ਲੋਕ ਦਿਖਾਵਾ ਕਰਦੇ ਅਸੀਂ ਆਜ਼ਾਦ ਆ, ਅਸੀਂ ਆਜ਼ਾਦ ਨਹੀਂ ਹੋਏ। ਜਦ ਤੱਕ ਅਸੀਂ ਇਹਨਾਂ ਗੰਦੀਆਂ ਸਰਕਾਰਾਂ ਦੇ ਅੰਡਰ ਆ, ਅਸੀਂ ਆਜ਼ਾਦ ਹੋ ਹੀ ਨਹੀਂ ਸਕਦੇ। ਸੋ ਕਿਤੇ ਨਾ ਕਿਤੇ ਇਹ ਗੱਲ ਕੀਤੀ ਜਾਂਦੀ ਹੈ ਕਿ ਆਜ਼ਾਦ ਨਹੀਂ ਹੋਏ ਅਸੀਂ। ਆਜ਼ਾਦੀ ਦਾ ਜਿਹੜਾ ਤਗਮਾ ਸਾਨੂੰ ਦੇ ਦਿੱਤਾ ਗਿਆ, ਪਰ ਜੇਕਰ ਅਸੀਂ ਗੱਲ ਕਰੀਏ ਕਿਸਾਨੀ ਧਰਨੇ ਦੀ ਤੇ ਉਸ ਦੇ ਵਿੱਚ ਹੁਣ ਨੌਜਵਾਨ ਜਿਹੜੇ ਨੇ ਪੂਰੀ ਤਰੀਕੇ ਦੇ ਨਾਲ ਸ਼ਮੂਲੀਅਤ ਪਾਣੀ ਸ਼ੁਰੂ ਕਰ ਚੁੱਕੇ ਨੇ, ਸ਼ਿਰਕਤ ਪਾਣੀ ਸ਼ੁਰੂ ਕਰ ਚੁੱਕੇ ਨੇ। ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅੱਜ 2 ਘੰਟੇ ਦਾ ਇੱਕ ਜਾਮ ਲੱਗਣ ਦੇ ਨਾਲ ਜੇਕਰ ਲੋਕਾਂ ਨੂੰ ਇੰਨੀ ਦਿੱਕਤ ਆ ਸਕਦੀ ਹੈ, ਕਰੀਅਰਸ ਦੇ ਉੱਤੇ ਗੱਲ ਬਣ ਸਕਦੀ ਹੈ, ਕਿਸੇ ਦੀ ਜਾਨ ਦੇ ਉੱਤੇ ਗੱਲ ਬਣ ਸਕਦੀ ਹੈ, ਤੇ ਜੇ ਪੂਰੀ ਜ਼ਿੰਦਗੀ ਭਰ ਦੇ ਲਈ ਤੁਹਾਡੀ ਚੀਜ਼ਾਂ ਨੂੰ, ਤੁਹਾਡੀ ਕਮਾਈ ਨੂੰ, ਤੁਹਾਡੇ ਰੋਜ਼ਗਾਰ ਦੇ ਸਾਧਨ ਨੂੰ ਹੀ ਆਪਣੇ ਹੱਥ ਦੇ ਵਿੱਚ ਲੈ ਲਿੱਤਾ ਜਾਵੇ, ਉਸ ਦੇ ਨਾਲ ਕਿੱਡਾ ਵੱਡਾ ਨੁਕਸਾਨ ਹੋਏਗਾ। ਦੂਸਰੇ ਪਾਸੇ ਸਰਕਾਰ ਖਲੋਤੀ ਹੈ ਜਿਹੜੀ ਕਿਸੇ ਵੀ ਗੱਲ ਦੇ ਉੱਤੇ ਟਸ ਤੋਂ ਮਸ ਆਪਣਾ ਡਿਸੀਜਨ ਬਦਲਣ ਲਈ ਰੈਡੀ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਹ ਪ੍ਰੋਟੈਸਟ ਕਿੰਨੀ ਤੇਜ਼ ਹੋਰ ਹੋਏਗਾ ਜਾਂ ਕਿੰਨੀ ਦੇਰ ਹੋਰ ਲਮਕੇਗਾ ਜਾਂ ਕਿਸ ਤਰੀਕੇ ਦੇ ਨਾਲ ਚੇਂਜ ਹੁੰਦਾ ਜਾਏਗਾ, ਕਿਉਂਕਿ ਅੱਜ ਲੋਕਾਂ ਦੀ ਕੰਪਲੇਂਟ ਇਹ ਰਹੀ ਕਿ ਸਾਨੂੰ ਦਿੱਕਤ ਆ ਰਹੀ ਹੈ, ਸਰਕਾਰ ਨੂੰ ਨਹੀਂ। ਤੇ ਕਿਸ ਤਰੀਕੇ ਦੇ ਨਾਲ ਇਸ ਦਾ ਹੁਣ ਰਿਜ਼ੋਲਵ ਕੱਢਿਆ ਜਾਏਗਾ, ਇਹ ਵੀ ਦੇਖਣ ਵਾਲੀ ਚੀਜ਼ ਰਹੇਗੀ। ਦੂਸਰੇ ਪਾਸੇ ਕੁਝ ਐਸੇ ਨੌਜਵਾਨ ਨੇ ਜਿਹੜੇ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਇੱਥੇ ਕਿਸਾਨਾਂ ਲਈ ਖਲੋਤੇ ਹਾਂ, ਅਸੀਂ ਕਿਸਾਨੀ ਨੂੰ ਬਿਲੋਂਗ ਨਹੀਂ ਕਰਦੇ। ਪਰ ਜੇਕਰ ਕਿਸਾਨ ਨਹੀਂ ਹੋਏਗਾ ਤੇ ਸਾਡੀ ਹੋਂਦ ਹੋਣੀ ਵੀ ਬਿਲਕੁਲ ਹੀ ਨਜਾਇਜ਼ ਹੋ ਜਾਏਗੀ, ਜਾਂ ਫਿਰ ਕਿਤੇ ਨਾ ਕਿਤੇ ਸਾਡਾ ਜਿਹੜਾ ਗੁਜ਼ਾਰਾ ਆ, ਸਾਡੀ ਹੋਂਦ ਦਾ ਜਿਹੜਾ ਗੁਜ਼ਾਰਾ ਆ, ਉਹ ਮੁਸ਼ਕਿਲ ਹੋ ਜਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਵੀ ਦੇਖਣ ਵਾਲੀ ਚੀਜ਼ ਰਹੇਗੀ ਕਿ ਸਰਕਾਰ ਇਹਨਾਂ ਨੌਜਵਾਨਾਂ ਦੀ ਗੱਲ ਕਿਸ ਤਰੀਕੇ ਨਾਲ ਸੁਣਦੀ ਹੈ। ਇਹਨਾਂ ਦੇ ਪੀਸਫੁਲ ਪ੍ਰੋਟੈਸਟ ਜਿਹੜੇ ਇਸ ਤਰੀਕੇ ਨਾਲ ਚੱਲ ਰਹੇ ਆ, ਜਲੰਧਰ ਦੇ ਮਿਸ਼ਨ ਚੌਂਕ ਦੇ ਵਿੱਚ ਇਹ ਖਲੋਤੇ ਨੇ, ਸਾਈਡ ਤੇ ਖਲੋਤੇ ਨੇ, ਆਂਦੇ ਜਾਂਦੇ ਲੋਕ ਲਗਾਤਾਰ ਇਹਨਾਂ ਨੂੰ ਦੇਖਦੇ ਆ। ਟ੍ਰੈਫਿਕ ਜਿੰਨਾ ਵੀ ਇੱਥੋਂ ਗੁਜ਼ਰ ਰਿਹਾ ਉਹ ਇਹਨਾਂ ਦੀਆਂ ਚਾਰਟਸ ਜਿਹੜੇ ਇੱਥੇ ਲਿਖੇ ਹੋਏ ਨੇ, ਪਾਵਰਫੁਲ ਮੈਸੇजेस ਲਿਖੇ ਹੋਏ ਨੇ। ਕੱਲ ਦਾ ਜਿਹੜਾ ਹਾਦਸਾ ਹੋਇਆ, ਜੋ ਇੱਕ ਲਾਠੀਚਾਰਜ ਕੀਤਾ ਗਿਆ ਹਰਿਆਣੇ ਦੇ ਵਿੱਚ, ਜਿਸ ਦੇ ਵਿੱਚ ਕਿ ਇੱਕ ਕੌਮ ਦੇ ਗੱਦਾਰ ਕਹੇ ਜਾ ਰਹੇ ਆ ਕਈ ਅਫਸਰਾਂ ਨੂੰ, ਉਹ ਆਪਣੀ ਡਿਊਟੀ ਕਰ ਰਹੇ ਸੀਗੇ। ਦੋਨੋਂ ਪੱਖ ਜਿਹੜੇ ਆ ਆਪਣੀ ਥਾਂ ਤੇ ਬਿਲਕੁਲ ਸਹੀ ਚੱਲ ਰਹੇ ਆ, ਪਰ ਕਿਸ ਤਰੀਕੇ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋੜ ਲਏਗਾ ਪ੍ਰੋਟੈਸਟ, ਇਹ ਦੇਖਣ ਵਾਲੀ ਗੱਲ ਰਹੇਗੀ। ਕੈਮਰਾਮੈਨ ਗੁਲਸ਼ਨ ਦੇ ਨਾਲ ਮੈਂ ਰਾਜਦੀਪ ਚੱਠਾ, ਜਲੰਧਰ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी। अष्टाम पेपर समेत सब तो पहला काम करन दा वादा। नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तुड़वाओ, रुस्से नूं मनाउणा। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।